ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਪੱਟੀ ਸ਼ਹਿਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਵੱਡਾ ਸ਼ਾਹੂਕਾਰ ਰਹਿੰਦਾ ਸੀ। ਦੁਨੀ ਚੰਦ ਦੀਆਂ 7 ਧੀਆਂ ਸਨ। ਪੁੱਤਰ ਕੋਈ ਨਹੀਂ ਸੀ। ਦੌਲਤ ਬਹੁਤੀ ਨੇ ਉਸ ਨੂੰ ਗਿਆਨਹੀਨ ਕਰ ਦਿੱਤਾ। ਇੱਕ ਦਿਨ ਦੁਨੀ ਚੰਦ ਨੂੰ ਹੰਕਾਰ ਦੀ ਗੱਲ ਸੁੱਝੀ। ਆਪਣੀਆਂ 7 ਧੀਆਂ ਨੂੰ ਇਕੱਠੀਆਂ ਕਰਕੇ ਪੁੱਛਣ ਲੱਗਾ, ਹੇ ਪੁੱਤਰਿਓ, ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ? ਇਹ ਸਾਰੇ ਸੁੱਖ ਤੁਸਾਂ ਨੂੰ ਕਿਵੇਂ ਹਾਸਲ ਹੋਏ ਹਨ? 6 ਕੁੜੀਆਂ ਇੱਕ ਜ਼ੁਬਾਨ ਬੋਲੀਆਂ, ਪਿਤਾ ਜੀ, ਇਹ ਕਿਹੜੀ ਪੁੱਛਣ ਵਾਲੀ ਗੱਲ ਹੈ? ਆਪ ਦੀ ਕਿਰਪਾ ਤੇ ਮਿਹਨਤ ਦਾ ਫਲ ਹੈ ਜੋ ਅਸੀਂ ਚੰਗੀ ਰੋਟੀ ਖਾ ਰਹੀਆਂ ਹਾਂ, ਸੋਹਣੇ ਕੱਪੜੇ ਹੰਢਾ ਰਹੀਆਂ ਹਾਂ ਅਤੇ ਰਾਤ ਦਿਨੇ ਸੁੱਖ ਹੀ ਸੁੱਖ ਭੋਗ ਰਹੀਆਂ ਹਾਂ। ਆਪ ਧਨ ਨਾ ਕਮਾਓ ਤਾਂ ਅਸਾਂ ਨੂੰ ਸੁੱਖ ਕਿੱਥੋਂ ਨਸੀਬ ਹੋਣ? ਸਭ ਆਪ ਦਾ ਖਾ ਰਹੀਆਂ ਹਾਂ। ਇਉਂ ਲੜਕੀਆਂ ਨੇ ਆਪਣੇ ਪਿਤਾ ਨੂੰ ਉੱਤਰ ਵੀ ਦਿੱਤਾ ਤੇ ਉਸ ਦੀ ਵਡਿਆਈ ਵੀ ਕੀਤੀ। ਆਪਣੀ ਉਸਤਤ ਸੁਣ ਕੇ ਦੁਨੀ ਚੰਦ ਬਹੁਤ ਖੁਸ਼ ਹੋ ਗਿਆ। ਉਸ ਦੀ ਖੁਸ਼ੀ ਅੱਧ ਵਿਚਾਲੇ ਰਹੀ ਜਦੋਂ ਉਸਨੇ ਵੇਖਿਆ ਕਿ ਉਸ ਦੀ ਛੋਟੀ ਲੜਕੀ ਨੇ ਇੱਕ ਸ਼ਬਦ ਮੂੰਹੋਂ ਨਹੀਂ ਆਖਿਆ। ਉਸ ਨੂੰ ਸੰਬੋਧਨ ਕਰਕੇ ਦੁਨੀ ਚੰਦ ਨੇ ਪੁੱਛਿਆ, ਕਿਉਂ ਬੇਟੀ, ਤੂੰ ਕੁਝ ਨਹੀਂ ਦੱਸਿਆ? ਤੂੰ ਕਿਉਂ ਚੁੱਪ ਰਹੀ ਹੈ? ਕੀ ਸੋਚਦੀ ਹੈ? ਛੋਟੀ ਲੜਕੀ ਦਾ ਨਾਮ ਰਜਨੀ ਸੀ। ਰਜਨੀ ਨੇ ਕਿਹਾ, ਪਿਤਾ ਜੀ, ਮੈਂ ਕੀ ਦੱਸਾਂ? ਦੁਨੀ ਚੰਦ ਨੇ ਕਿਹਾ, ਜੋ ਮੈਂ ਪੁੱਛਦਾ ਹਾਂ ਕਿ ਕਿਸ ਦਾ ਦਿੱਤਾ ਖਾਂਦੀਆਂ ਹੋ? ਰਜਨੀ ਨੇ ਕਿਹਾ, ਮੈਂ ਇਸ ਸੋਚ ਵਿੱਚ ਹਾਂ ਕਿ ਉੱਤਰ ਕੀ ਦੇਵਾਂ। ਦੁਨੀ ਚੰਦ ਨੇ ਕਿਹਾ, ਸਿੱਧੀ ਗੱਲ ਹੈ, ਮੇਰਾ ਦਿੱਤਾ ਖਾਂਦੀ ਹੈ। ਰਜਨੀ ਨੇ ਕਿਹਾ, ਇਹ ਠੀਕ ਹੈ ਪਿਤਾ ਜੀ, ਦੇਖਣ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਆਪ ਦਾ ਦਿੱਤਾ ਖਾ ਰਹੀਆਂ ਹਾਂ, ਪਰ ਆਪ ਦਾ ਦਿੱਤਾ ਖਾਂਦੀਆਂ ਨਹੀਂ। ਵਿਧਾਤਾ ਨੇ ਜੋ ਨਸੀਬ ਵਿੱਚ ਲਿਖ ਦਿੱਤਾ ਹੈ ਉਹ ਤੁਸਾਂ ਦੇ ਰਾਹੀਂ ਮਿਲਦਾ ਹੈ। ਸਾਡੇ ਭਾਗਾਂ ਦਾ ਹਿੱਸਾ ਤੁਸਾਂ ਕੋਲ ਆਉਂਦਾ ਹੈ। ਰਿਜ਼ਕ ਦੇਣ ਵਾਲਾ ਭਗਵਾਨ ਹੈ। ਉਹ ਜਦੋਂ ਚਾਹੇ ਖੋਹ ਲੈਂਦਾ ਹੈ, ਜਦੋਂ ਚਾਹੇ ਦੇ ਦਿੰਦਾ ਹੈ। ਤੁਸੀਂ ਅਸਾਂ ਦੇ ਪਿਤਾ ਜੀ, ਤੁਸਾਂ ਦੇ ਵਸੀਲੇ ਰਾਹੀਂ ਪਰਮਾਤਮਾ ਸਾਨੂੰ ਰੋਜੀ ਦੇ ਰਿਹਾ ਹੈ। ਰਜਨੀ ਦੀ ਜ਼ੁਬਾਨੋਂ ਇਹ ਸੁਣ ਕੇ ਦੁਨੀ ਚੰਦ ਗਰਮ ਹੋ ਗਿਆ। ਉਸ ਨੂੰ ਬਹੁਤ ਗੁੱਸਾ ਲੱਗਾ। ਉਸਨੇ ਰਜਨੀ ਦੇ ਮੂੰਹ ਉੱਤੇ 2 ਚਪੇੜਾਂ ਮਾਰ ਦਿੱਤੀਆਂ ਅਤੇ ਕਿਹਾ ਕਿ ਮੈਂ ਵੇਖਾਂਗਾ ਉਹ ਕਿਹੜਾ ਭਗਵਾਨ ਹੈ ਜੋ ਤੈਨੂੰ ਰੋਜੀ ਦਿੰਦਾ ਹੈ। ਸਵੇਰੇ ਹੀ ਵੇਖਦਾ ਹਾਂ। ਦੁਨੀ ਚੰਦ ਦੀ ਪਤਨੀ ਤੇ ਉਸ ਦੀਆਂ 6 ਕੁੜੀਆਂ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਐਨੀ ਗੱਲ ਬਦਲੇ ਧੀ ਨੂੰ ਤੰਗ ਨਾ ਕਰੀ, ਆਪੇ ਸਮਝ ਜਾਵੇਗੀ, ਅਜੇ ਬਾਲੜੀ ਹੈ। ਪਰ ਦੁਨੀ ਚੰਦ ਨੇ ਇੱਕ ਨਾ ਸੁਣੀ ਅਤੇ ਕਿਹਾ ਕਿ ਮੈਂ ਹੁਣ ਦੱਸ ਕੇ ਹਟਾਂਗਾ ਕਿ ਮੇਰੇ ਤੋਂ ਬਿਨਾਂ ਇਸ ਕੁੜੀ ਨੂੰ ਰੋਜੀ ਕੌਣ ਦੇ ਸਕਦਾ ਹੈ। ਦੁਨੀ ਚੰਦ ਰਜਨੀ ਦੇ ਹਾਣ ਦਾ ਇੱਕ ਮੁੰਡਾ ਲੱਭ ਲਿਆਇਆ। ਉਹ ਗਰੀਬ ਸੀ। ਉਸ ਦੇ ਤਨ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ। ਉਸ ਕੋੜੇ ਨੂੰ ਘਰ ਲਿਆ ਕੇ ਉਸਨੇ ਪੰਡਤ ਨੂੰ ਸੱਦਿਆ। ਮੱਲੋ ਮੱਲੀ ਰਜਨੀ ਦਾ ਵਿਆਹ ਉਸ ਨਾਲ ਕਰ ਦਿੱਤਾ। ਕੋੜੀ ਹੈਰਾਨ ਸੀ, ਰਜਨੀ ਚੁੱਪ ਸੀ। ਰਜਨੀ ਦੀ ਮਾਂ ਰੋਂਦੀ ਰਹੀ। ਭੈਣਾਂ ਹਿੱਤ ਕਰਦੀਆਂ ਸਨ। ਉਹਨਾਂ ਨੂੰ ਬਹੁਤ ਦੁੱਖ ਹੋਇਆ, ਪਰ ਦੁਨੀ ਚੰਦ ਨੇ ਕਿਸੇ ਦੀ ਪਰਵਾਹ ਨਾ ਕੀਤੀ। ਕੋੜੀ ਨੂੰ ਰਜਨੀ ਦਾ ਹੱਥ ਫੜਾ ਕੇ ਆਖਣ ਲੱਗਾ ਕਿ ਇਸ ਨੂੰ ਪੱਟੀ ਸ਼ਹਿਰ ਤੋਂ ਦੂਰ ਲੈ ਜਾ। ਰਜਨੀ ਤੇ ਕੋੜੀ ਤੁਰ ਪਏ। ਹੌਲੀ ਹੌਲੀ ਪੱਟੀ ਸ਼ਹਿਰ ਤੋਂ ਬਾਹਰ ਆ ਗਏ। ਸ਼ਾਹੂਕਾਰ ਦੀ ਬੇਟੀ ਰਜਨੀ ਨੇ ਕੀਮਤੀ ਕੱਪੜੇ ਲਾ ਸੁੱਟੇ, ਵਾਲਾਂ ਨੂੰ ਅਨਵਾਰੇ ਤੇ ਖੁਸ਼ਕ ਕਰ ਲਿਆ, ਮੂੰਹ ਨਾ ਧੋਤਾ, ਪੈਰਾਂ ਤੋਂ ਨੰਗੀ ਹੀ ਤੁਰ ਪਈ। ਉਸ ਨੇ ਖੁਦ ਕੰਗਾਲਾਂ ਵਾਲਾ ਹੁਲੀਆ ਬਣਾ ਲਿਆ ਤਾਂ ਕਿ ਮੰਗਣ ਗਿਆ ਉਸ ਨੂੰ ਆਪਣੇ ਕੋਲੋਂ ਸ਼ਰਮ ਨਾ ਆਵੇ। ਉਸਨੇ ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ, ਹੇ ਪਰਮਾਤਮਾ, ਮੈਨੂੰ ਤੇਰੇ ਉੱਤੇ ਭਰੋਸਾ ਹੈ। ਆਪ ਦਾ ਦਿੱਤਾ ਖਾਂਦੀ ਹਾਂ। ਜੇ ਮੰਗ ਕੇ ਸੁੱਕੇ ਟੁਕੜੇ ਖਵਾਉਣ ਤੇ ਤੂੰ ਖੁਸ਼ ਹੈ ਤਾਂ ਮੈਂ ਉਸੇ ਵਿੱਚ ਰਾਜੀ ਹਾਂ। ਮੇਰਾ ਇਹ ਪਤੀ ਕੋੜੀ ਹੈ, ਮਾਮੂਲੀ ਤੁਰ ਫਿਰ ਸਕਦਾ ਹੈ। ਇਸ ਦੇ ਸਰੀਰ ਨੂੰ ਅਰੋਗਤਾ ਬਖਸ਼ੀ। ਮੈਂ ਇਸ ਨੂੰ ਪਤੀ ਪਰਮੇਸ਼ਰ ਸਮਝਦੀ ਹਾਂ। ਸਾਰੀ ਉਮਰ ਇਸੇ ਦੀ ਸੇਵਾ ਕਰਾਂਗੀ, ਕਿਉਂਕਿ ਮੇਰੇ ਸੰਜੋਗ ਵਿੱਚ ਇਹੋ ਹੈ। ਹੇ ਦਾਤਾ, ਮੇਰੇ ਦੁੱਖਾਂ ਨੂੰ ਤੂੰ ਹੀ ਦੂਰ ਕਰਨਾ ਹੈ। ਜਿੱਥੇ ਰਾਤ ਪੈਂਦੀ ਉੱਥੇ ਹੀ ਪਿੰਡੋਂ ਬਾਹਰ ਆਪਣੇ ਪਿੰਗਲੇ ਪਤੀ ਨੂੰ ਬਿਠਾ ਕੇ ਆਪ ਨਗਰ ਵਿੱਚ ਮੰਗਣ ਚਲੀ ਜਾਂਦੀ। ਖਾਣ ਜੋਗੀ ਰੋਟੀ ਮੰਗ ਕੇ ਲੈ ਆਉਂਦੀ, ਪਤੀ ਨੂੰ ਖਵਾਉਂਦੀ ਤੇ ਆਪ ਖਾ ਕੇ ਉਸਦੇ ਕੋਲ ਲੇਟ ਜਾਂਦੀ। ਇਉਂ ਦਿਨ ਕੱਟਦੇ ਤੇ ਪੰਧ ਮੁਕਾਉਂਦੇ ਉਹ ਚੱਕ ਰਾਮਦਾਸ ਨੇ ਆ ਗਏ। ਇੱਕ ਨਿਰਮਲ ਜਲ ਵਾਲੀ ਛੱਪੜੀ ਤੇ
ਬੇਰੀ ਦੀ ਸੰਘਣੀ ਛਾਂ ਦੇਖ ਕੇ ਬੇਰੀ ਦੇ ਹੇਠਾਂ ਰਜਨੀ ਨੇ ਆਪਣੇ ਪਤੀ ਨੂੰ ਬਿਠਾ ਦਿੱਤਾ ਤੇ ਆਪ ਸੁਲਤਾਨਵਿੰਡ ਨਗਰ ਵੱਲ ਮੰਗਣ ਵਾਸਤੇ ਤੁਰ ਪਈ। ਜਿਸ ਬੇਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ, ਉਸ ਦੇ ਉੱਤੇ ਬਹੁਤ ਸਾਰੇ ਕਾਂ ਸਨ। ਉਹ ਕੇਲਾ ਕਰ ਰਹੇ ਸੀ ਤੇ ਖੁਸ਼ੀ ਵਿੱਚ ਰੌਲਾ ਪਾ ਰਹੇ ਸਨ। ਰੌਲਾ ਪਾਉਂਦੇ ਪਾਉਂਦੇ ਉਹ ਨਿਰਮਲ ਜਲ ਵਾਲੀ ਛੱਪੜੀ ਕਿਨਾਰੇ ਆ ਬੈਠੇ। ਕਈਆਂ ਨੇ ਜਲ ਪੀਤਾ ਤੇ ਕਈਆਂ ਨੇ ਇਸ਼ਨਾਨ ਕਰ ਲਿਆ। ਜਿਉਂ ਹੀ ਕਾਂ ਨਹਾਉਂਦੇ ਗਏ ਤਿਉਂ ਹੀ ਉਹ ਚਿੱਟੇ ਹੁੰਦੇ ਗਏ, ਉਹ ਹੰਸ ਬਣਦੇ ਗਏ। ਇਹ ਕੌਤਕ ਰਜਨੀ ਦਾ ਪਿੰਗਲਾ ਪਤੀ ਕਿੰਨਾ ਚਿਰ ਵੇਖਦਾ ਰਿਹਾ। ਉਹ ਬਹੁਤ ਹੈਰਾਨ ਸੀ ਕਿ ਇਹ ਕੀ ਖੇਲ ਰਚਿਆ ਜਾ ਰਿਹਾ ਹੈ। ਕਾਲੇ ਕਾਂ ਕਿਵੇਂ ਚਿੱਟੇ ਹੋ ਰਹੇ ਹਨ? ਕਿ ਇਹ ਛੱਪੜੀ ਕਿਤੇ ਅੰਮ੍ਰਿਤ ਦਾ ਕੁੰਡ ਤਾਂ ਨਹੀਂ ਕਿ ਜੇ ਮੈਂ ਇਸ਼ਨਾਨ ਕਰਾਂ ਤਾਂ ਕਿ ਮੇਰਾ ਕੋਹੜ ਹਟ ਜਾਵੇਗਾ। ਇਉਂ ਦਲੀਲਾਂ ਕਰਦੇ ਨੇ ਚੋਖਾ ਸਮਾਂ ਗੁਜ਼ਾਰ ਦਿੱਤਾ। ਆਖਰ ਪਰਮਾਤਮਾ ਉੱਤੇ ਭਰੋਸਾ ਰੱਖ ਕੇ ਉਹ ਛੱਪੜੀ ਦੇ ਕੰਢੇ ਜਾ ਪਹੁੰਚਿਆ। ਕੰਢੇ ਪਹੁੰਚ ਕੇ ਝਿਜਕਿਆ ਕਿ ਪਾਣੀ ਡੂੰਘਾ ਹੋਇਆ ਤਾਂ ਉਹ ਡੁੱਬ ਨਾ ਜਾਵੇ। ਬੇਰੀ ਦੇ ਮੁੱਢ ਨੂੰ ਹੱਥ ਪਾ ਕੇ ਹੌਲੀ-ਹੌਲੀ ਹੇਠਾਂ ਉਤਰਿਆ। ਜਿਉਂ ਹੀ ਪਾਣੀ ਵਿੱਚ ਉਤਰਿਆ ਤੇ ਪਾਣੀ ਉਸਦੇ ਕੋਹੜ ਦੇ ਜ਼ਖਮਾਂ ਨੂੰ ਲੱਗਾ, ਤਿਉਂ ਹੀ ਸਾਰੇ ਜ਼ਖਮ ਮਿਟ ਗਏ ਤੇ ਉਸਦਾ ਸਰੀਰ ਕੁੰਦਨ ਵਰਗਾ ਹੋ ਗਿਆ। ਸੋਹਣੇ ਸਰੀਰ ਨੂੰ ਪਾ ਕੇ ਉਹ ਬਹੁਤ ਖੁਸ਼ ਹੋਇਆ। ਉਸਦਾ ਕੋਹੜ ਜਾਂਦਾ ਰਿਹਾ। ਉਹ ਛੱਪੜੀ ਦੇ ਕਿਨਾਰੇ ਬੈਠ ਕੇ ਰਜਨੀ ਨੂੰ ਉਡੀਕਣ ਲੱਗਾ। ਜਦੋਂ ਰਜਨੀ ਆਈ ਤੇ ਆਪਣੇ ਪਿੰਗਲੇ ਪਤੀ ਨੂੰ ਨਾ ਵੇਖ ਕੇ ਹੈਰਾਨ ਹੋਈ। ਉਸਦੀ ਥਾਂ ਅਰੋਗ ਸੁੰਦਰ ਗੱਭਰੂ ਬੈਠਾ ਵੇਖ ਕੇ ਡਰ ਗਈ। ਆਪਣੀ ਜਵਾਨੀ ਸੁੰਦਰਤਾ ਤੇ ਗਰੀਬੀ ਦਾ ਖਿਆਲ ਰੱਖ ਕੇ ਉਸਦੇ ਚਿੱਤ ਆਇਆ ਕਿ ਹੋ ਸਕਦਾ ਹੈ ਕਿਸ ਜਵਾਨ ਨੇ ਮੇਰੇ ਪਤੀ ਨੂੰ ਜਾਨੋਂ ਮਾਰ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਰਸ ਬਣ ਜਾਵੇ। ਉਹ ਨੇੜੇ ਹੋ ਕੇ ਕ੍ਰੋਧ ਨਾਲ ਬੋਲੀ ਕਿ ਮੇਰਾ ਪਤੀ ਕਿੱਧਰ ਗਿਆ ਹੈ? ਰਜਨੀ ਦੇ ਪਤੀ ਨੇ ਰਜਨੀ ਨੂੰ ਕਿਹਾ ਕਿ ਤੂੰ ਪਛਾਣਿਆ ਨਹੀਂ ਕਿ ਮੈਂ ਉਹ ਤੇਰਾ ਪਤੀ ਹਾਂ। ਰਜਨੀ ਨੇ ਕਿਹਾ, ਨਹੀਂ, ਉਹ ਤਾਂ ਸਰੀਰ ਦਾ ਰੋਗੀ ਸੀ, ਉਸ ਕੋਲੋਂ ਤਾਂ ਮੁਸ਼ਕਲ ਨਾਲ ਤੁਰਿਆ ਜਾਂਦਾ ਸੀ, ਤੂੰ ਕੋਈ ਹੋਰ ਹੈ। ਰਜਨੀ ਦੇ ਪਤੀ ਨੇ ਕਿਹਾ, ਹੇ ਦੇਵੀ, ਕੋਈ ਸ਼ੱਕ ਨਾ ਕਰ, ਤੇਰੀ ਸੇਵਾ, ਤੇਰੇ ਭਰੋਸੇ ਵੱਲ ਵੇਖ ਕੇ ਮੇਰੇ ਸਰੀਰ ਨੂੰ ਉਸ ਪਰਮਾਤਮਾ ਨੇ ਠੀਕ ਕਰ ਦਿੱਤਾ ਹੈ। ਰਜਨੀ ਨੇ ਕਿਹਾ, ਮੈਂ ਕੋਈ ਗੱਲ ਨਹੀਂ ਸੁਣਨੀ, ਤੂੰ ਚੋਰ ਹੈ, ਖੂਨੀ ਹੈ, ਮੇਰੇ ਪਤੀ ਨੂੰ ਮਾਰ ਦਿੱਤਾ ਹੈ। ਮੈਂ ਤੈਨੂੰ ਪਤੀ ਨਹੀਂ ਮੰਨਣਾ, ਤੂੰ ਮੇਰਾ ਧਰਮ ਲੁੱਟਣਾ ਚਾਹੁੰਦਾ ਹੈ। ਇਉਂ ਰਜਨੀ ਉੱਚੀ ਉੱਚੀ ਪੁਕਾਰ ਕੇ ਰੋਣ ਲੱਗ ਪਈ। ਲਾਗੇ ਖੇਤ ਸਨ। ਖੇਤਾਂ ਵਿੱਚ ਕਿਸਾਨ ਕੰਮ ਕਰ ਰਹੇ ਸੀ। ਕੁਝ ਰੌਲਾ ਸੁਣ ਕੇ ਉਹਨਾਂ ਦੇ ਕੋਲ ਆ ਗਏ। ਉਹਨਾਂ ਨੇ ਪੁੱਛਿਆ, ਕੀ ਮਾਮਲਾ ਹੈ? ਰਜਨੀ ਦੇ ਪਤੀ ਨੇ ਸਾਰੀ ਕਹਾਣੀ ਸੁਣਾ ਦਿੱਤੀ ਕਿ ਉਸਦਾ ਕੋਹੜ ਕਿਸ ਤਰ੍ਹਾਂ ਹਟਿਆ ਹੈ। ਕਿਸਾਨ ਵੀ ਸੁਣ ਕੇ ਹੈਰਾਨ ਹੋਏ। ਰਜਨੀ ਨੂੰ ਭਰੋਸਾ ਨਾ ਆਇਆ। ਜ਼ਿਮੀਂਦਾਰ ਨੇ ਰਜਨੀ ਨੂੰ ਦਿਲਾਸਾ ਦੇ ਕੇ ਆਖਿਆ, ਹੇ ਭੈਣੇ, ਇਸ ਤਰ੍ਹਾਂ ਨਾ ਰੋ, ਥੋੜ੍ਹੀ ਵਾਟ ਤੇ ਕਰਨੀ ਵਾਲੇ ਗੁਰੂ ਜੀ ਰਹਿੰਦੇ ਹਨ, ਉਹ ਸੱਚ ਦਾ ਨਿਆਂ ਕਰਨਗੇ। ਉਹ ਕਰਾਮਾਤੀ ਤੇ ਸਭ ਕੁਝ ਜਾਣਦੇ ਹਨ, ਉਹਨਾਂ ਕੋਲ ਚੱਲ, ਤੇਰਾ ਨਿਬੇੜਾ ਹੋ ਜਾਵੇਗਾ। ਇਹ ਸਲਾਹ ਰਜਨੀ ਨੂੰ ਕੁਝ ਜੱਚ ਗਈ। ਉਸਨੇ ਉਸੇ ਵੇਲੇ ਹਾਂ ਕੀਤੀ ਤੇ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਕੋਲ ਆ ਪਹੁੰਚੇ। ਅੱਗੇ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ। ਗੁਰੂ ਜੀ ਦੇ ਸਾਹਮਣੇ ਜਾ ਕੇ ਰਜਨੀ ਨੇ ਸਾਰੀ ਵਾਰਤਾ ਸੁਣਾਈ। ਉਸ ਤੋਂ ਬਾਅਦ ਗੁਰੂ ਜੀ ਨੇ ਉਸਦੇ ਪਤੀ ਕੋਲੋਂ ਸਾਰੀ ਵਾਰਤਾ ਸੁਣੀ। ਦੋਹਾਂ ਦੇ ਬਿਆਨ ਸੁਣਨ ਪਿੱਛੋਂ ਗੁਰੂ ਜੀ ਆਪ ਸਿੰਘਾਸਨ ਤੋਂ ਉੱਠੇ ਤੇ ਉਸ ਥਾਂ ਪਹੁੰਚੇ ਜਿੱਥੇ ਪਿੰਗਲੇ ਨੇ ਇਸ਼ਨਾਨ ਕੀਤਾ ਸੀ। ਉਸ ਅਸਥਾਨ ਨੂੰ ਵੇਖ ਕੇ ਗੁਰੂ ਜੀ ਬੋਲੇ, ਹੇ ਪੁੱਤਰੀ, ਇਹ ਤੇਰਾ ਪਤੀ ਹੈ। ਜੋ ਇਹ ਆਖਦਾ ਹੈ ਸੋ ਠੀਕ ਹੈ। ਇਹ ਦੁੱਖ ਭੰਜਨੀ ਬੇਰੀ ਹੈ। ਇਹ ਨਿਰਮਲ ਜਲ ਵਾਲੀ ਛੱਪੜੀ ਨਹੀਂ, ਸਗੋਂ ਅੰਮ੍ਰਿਤ ਦਾ ਕੁੰਡ ਹੈ। ਇੱਥੇ ਸਰੋਵਰ ਤਿਆਰ ਹੋਵੇਗਾ। ਕਲਯੁਗ ਦੇ ਹਜ਼ਾਰਾਂ ਜੀਵ ਇੱਥੋਂ ਇਸ਼ਨਾਨ ਕਰਕੇ ਰਾਜੀ ਹੋਣਗੇ। ਇਹ ਅਸਥਾਨ ਸੰਸਾਰ ਦਾ ਮਹਾਨ ਤੀਰਥ ਬਣੇਗਾ। ਗੁਰੂ ਜੀ ਨੇ ਰਜਨੀ ਨੂੰ ਕਿਹਾ ਕਿ ਤੇਰੇ ਸਿਦਕ ਨੇ ਤੇਰਾ ਬੇੜਾ ਪਾਰ ਕਰ ਦਿੱਤਾ ਹੈ। ਤੇਰੇ ਪਿਤਾ ਨੂੰ ਜੋ ਹੰਕਾਰ ਸੀ ਉਹ ਦੂਰ ਹੋ ਗਿਆ। ਇੱਧਰ ਤੇਰਾ ਪਤੀ ਰਾਜੀ ਹੋ ਗਿਆ ਹੈ, ਉੱਧਰ ਤੇਰੇ ਪਿਤਾ ਦਾ ਧਨ ਡਾਕੂਆਂ ਨੇ ਲੁੱਟ ਲਿਆ ਹੈ। ਉਹ ਕੰਗਾਲ ਹੋ ਗਿਆ ਹੈ। ਅੱਜ ਉਹ ਤੰਗ ਹੈ। ਹੁਣ ਧੀਆਂ ਨੂੰ ਨਹੀਂ ਪੁੱਛੇਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ। ਗੁਰੂ ਦੇ ਇਹ ਬਚਨ ਸੁਣ ਕੇ ਰਜਨੀ ਨੂੰ ਤਸੱਲੀ ਹੋ ਗਈ। ਉਸਨੇ ਉਸੇ ਸਮੇਂ ਆਪਣੇ ਪਤੀ ਦੇ ਪੈਰਾਂ ਉੱਤੇ ਸਿਰ ਰੱਖ ਦਿੱਤਾ।
ਵੱਧ ਘੱਟ ਜੋ ਬਚਨ ਬੋਲੇ ਸਨ ਉਹਨਾਂ ਦੀ ਖਿਮਾ ਮੰਗੀ ਤੇ ਖੁਸ਼ੀ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਹੀ ਰਹਿਣ ਲੱਗੇ। ਉਸ ਦਿਨ ਤੋਂ ਗੁਰੂ ਜੀ ਨੇ ਉਸ ਛੱਪੜੀ ਦਾ ਸਰੋਵਰ ਪੁਟਾਉਣਾ ਸ਼ੁਰੂ ਕਰ ਦਿੱਤਾ। ਨਾਲ ਹੀ ਇਹ ਵਰ ਦਿੱਤੇ ਕਿ ਜੋ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਸਰੀਰ ਦੇ ਤੇ ਆਤਮਿਕ ਰੋਗ ਦੂਰ ਹੋ ਜਾਣਗੇ। ਗੁਰੂ ਰਾਮਦਾਸ ਜੀ ਦੇ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਪੱਕਾ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਆਰੰਭ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਤਿਆਰ ਕਰਵਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਸ ਤੀਰਥ ਤੇ ਸ਼ਹਿਰ ਵਿੱਚ ਬਹੁਤ ਵਾਧਾ ਹੋਇਆ। ਗੁਰੂ ਕਾ ਬਾਜ਼ਾਰ ਬਣ ਗਿਆ। ਸੋ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।